ਗੁਰਬਾਣੀ ਵਿਆਕਰਨ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਸੁਖਮਨੀ ਸਾਹਿਬ ਦੇ 8ਵੇਂ ਸ਼ਬਦ ਦਾ ਉਚਾਰਨ ਇਸ ਤਰ੍ਹਾਂ ਹੈ ਜੀ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਇੱਥੇ ਪੇਖੇ ਨਹੀਂ ਬੋਲਣਾ, ਪੇਖੈ ਬੋਲਣਾ, ਖੱਖੇ ਨੂੰ ਦੁਲਾਵਾਂ ਲੱਗੀਆਂ ਹੋਈਆਂ ਨੇ। ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਨਾਨਕ ਤੇ ਰੁਕਣਾ ਹੈਗਾ, ਇੱਥੇ ਸੰਬੋਧਨ ਹੈ, ਹੇ ਨਾਨਕ। ਇੱਥੇ ਥੋੜਾ ਜਿਹਾ ਪੌਜ਼ ਦੇਣਾ। ਇਹ ਲੱਛਣ ਨਾਣੇ ਨਾਲ ਬੋਲਣਾ ਹੈਗਾ, ਨੰਨੇ ਨਾਲ ਨਹੀਂ। ਲੱਛਣ ਨਹੀਂ ਕਹਿਣਾ, ਲੱਛਣ ਕਹਿਣਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕਉ ਸੋਖ। ਜੈਸੇ ਤੇ ਜੇ ਥੋੜਾ ਜਿਹਾ ਰੁਕ ਜਾਓ ਤੇ ਹੋਰ ਸਪਸ਼ਟ ਅਰਥ ਹੋ ਜਾਣਗੇ। ਤੇ ਸਰਬ ਕੋ ਨਹੀਂ ਬੋਲਣਾ, ਸਰਬ ਕਾਓ ਬੋਲਣਾ। ਕੱਕਾ ਓੜੇ ਔਂਕੜ ਕਾਓ, ਇੱਕ ਕਨੌੜੀ ਦੀ ਆਵਾਜ਼ ਆਏਗੀ, ਕਾਓ। ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਇੱਥੇ ਕੈ ਬੋਲਣਾ ਹੈ, ਕੇ ਨਹੀਂ ਬੋਲਣਾ। ਬ੍ਰਹਮ ਗਿਆਨੀ ਕੇ ਨਹੀਂ, ਬ੍ਰਹਮ ਗਿਆਨੀ ਕੈ, ਕੱਕੇ ਨੂੰ ਦੁਲਾਵਾਂ ਲੱਗੀਆਂ ਨੇ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਕਉ ਉਚਾਰਨ ਕਰਨਾ, ਲਾਗੇ ਨਹੀਂ ਲਾਗੈ, ਗੱਗੇ ਨੂੰ ਫਿਰ ਦੁਲਾਵਾਂ ਆ ਗਈਆਂ। ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ। ਜਿੱਥੇ ਵੀ ਕਹਿ ਆਏਗਾ ਦਲਾਵਾਂ ਵਾਲਾ, ਉੱਥੇ ਕਹਿ ਬੋਲਣਾ ਹੈ, ਕੇ ਨਹੀਂ ਬੋਲਣਾ। ਕੇ ਤੇ ਕਹਿ 'ਚ ਬਹੁਤ ਫਰਕ ਹੁੰਦਾ ਹੈ, ਅਰਥਾਂ ਵਿੱਚ ਵੀ ਬਹੁਤ ਫਰਕ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਇੱਕ ਵਾਰ ਤਾੜਨਾ ਕੀਤੀ ਸੀ ਇੱਕ ਸਿੱਖ ਨੂੰ। ਜਦੋਂ ਸਿੱਖ ਨੇ ਪਾਠ ਕੀਤਾ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੇ ਗੁਰਸੂਰਾ। ਸਤਿਗੁਰੂ ਪਾਤਸ਼ਾਹ ਨੇ ਤਾੜਨਾ ਕੀਤੀ ਕਿ ਇਹਦਾ ਅਰਥ ਇਹ ਬਣ ਗਿਆ ਕਿ ਰੱਬ ਦੀ ਅਵਸਥਾ ਜਾਂ ਰੱਬ ਜਾਣ ਸਕਦਾ ਹੈ, ਹੋਰ ਕੋਈ ਗੁਰੂ ਸੂਰਮਾ ਨਹੀਂ ਜਾਣ ਸਕਦਾ। ਕੇ ਜਾਣੇ ਗੁਰੂ ਸੂਰਮਾ ਨੇ, ਕੋਈ ਗੁਰੂ ਸੂਰਮਾ ਨਹੀਂ ਜਾਣ ਸਕਦਾ। ਵੀ ਕੀ ਜਾਣ ਸਕਦਾ ਹੈ, ਉੱਥੇ ਕੇ ਦਾ ਮਤਲਬ ਕੀ ਗੁਰੂ ਸੂਰਮਾ ਜਾਣ ਸਕਦਾ ਹੈ। ਪਰ ਉੱਥੇ ਕੇ ਪਾਠ ਨਹੀਂ, ਕੇ ਦੀ ਥਾਂ ਤੇ ਪਾਠ ਹੈ ਕੈ। ਕੈ ਦਾ ਅਰਥ ਹੁੰਦਾ ਜਾਂ। ਵੀ ਕਰਤੇ ਕੀ ਮਿਤ ਜਿਹੜੀ ਹੈ, ਰੱਬ ਆਪਣੀ ਅਵਸਥਾ ਆਪ ਜਾਣਦਾ ਹੈ, ਜਾਂ ਕੋਈ ਗੁਰੂ ਸੂਰਮਾ ਹੀ ਉਹਦੀ ਅਵਸਥਾ ਨੂੰ ਜਾਣਦਾ ਹੈ। ਦੇਖੋ, ਕੇ ਦੇ ਨਾਲ ਅਰਥ ਬਣ ਗਿਆ ਵੀ ਗੁਰੂ ਰੱਬ ਦੀ ਅਵਸਥਾ ਨਹੀਂ ਜਾਣਦਾ, ਤੇ ਕਹਿ ਨਾਲ ਬਣ ਗਿਆ ਵੀ ਗੁਰੂ ਵੀ ਰੱਬ ਦੀ ਅਵਸਥਾ ਜਾਣਦਾ ਹੈ। ਕਿੰਨਾ ਫਰਕ ਪੈ ਗਿਆ ਅਰਥਾਂ ਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਉੱਥੇ ਕਹਿ ਲਫ਼ਜ਼ ਹੈ। ਏਦਾਂ ਹੀ ਬ੍ਰਹਮ ਗਿਆਨੀ ਕੈ ਧੀਰਜ ਏਕ, ਇੱਥੇ ਕਹਿ ਬੋਲਿਆ ਜਾਏਗਾ। ਜਿਉਂ ਬਸੁਦਾ ਕਊ ਖੋਦੈ ਕਊ ਚੰਦਨ ਲੇਪ। ਇੱਥੇ ਹੁਣ ਕਊ ਊੜੇ ਨੂੰ ਦਲੈਂਕੜ ਹੈ, ਖੋਦੇ ਦੀ ਬਜਾਏ ਖੋਦੈ, ਦੱਦੇ ਨੂੰ ਦਲਾਵਾਂ ਆ ਗਈਆਂ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਇੱਥੇ ਇਹ ਹੈ ਹਾਹੇ ਨੂੰ ਦਲਾਵਾਂ ਹੈਗੀਆਂ ਨੇ। ਇਹਨੂੰ ਗੁਨਾਉ ਬਿੰਦੀ ਨਾਲ ਨਹੀਂ ਕਹਿਣਾ, ਗੁਨਾਓ। ਗੁਨਾਓ ਮੈਨੇ ਗੁਣ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਨਾਨਕ ਤੇ ਫਿਰ ਰੁਕਣਾ ਮੈਨੇ ਹੀ ਨਾਨਕ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਦੂਸਰਾ ਪਦਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ। ਇੱਥੇ ਲਾਗੇ ਨਹੀਂ ਬੋਲਣਾ, ਲਾਗੈ ਬੋਲਣਾ ਹੈ। ਲਾਗੈ ਗੱਗੇ ਨੂੰ ਦਲਾਵਾਂ ਹੈਗੀਆਂ ਨੇ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ਼। ਇੱਥੇ ਉੱਪਰ ਊੜੇ ਨੂੰ ਦੁਲੈਂਕੜ ਹੈਗੀਆਂ, ਉੱਪਰ। ਉੱਪਰ ਨਹੀਂ ਬੋਲਣਾ, ਉੱਪਰ ਬੋਲਣਾ। ਆਕਾਸ਼ ਨਹੀਂ ਕਹਿਣਾ, ਆਕਾਸ਼। ਐੜੇ ਨੂੰ ਵੀ ਕੰਨਾ ਲੱਗਿਆ ਹੋਇਆ ਹੈ। ਜੈਸੇ ਧਰ ਉੱਪਰ ਆਕਾਸ਼, ਇੱਥੇ ਸ਼ਸ਼ਾ ਬੋਲਿਆ ਜਾਏਗਾ, ਸੱਸਾ ਨਹੀਂ। ਆਕਾਸ਼ ਨਹੀਂ, ਸ਼ਸ਼ੇ ਦੀ ਵਿਚਾਰ ਅਸੀਂ ਪਿੱਛੇ ਕਰ ਰਹੇ ਹਾਂ। ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ। ਇਹਨੂੰ ਸਤਰ ਨਹੀਂ ਬੋਲਣਾ, ਸ਼ਤਰ ਬੋਲਣਾ ਸ਼ਸ਼ੇ ਨਾਲ। ਬ੍ਰਹਮ ਗਿਆਨੀ ਕੈ
ਨਾ ਹੀ ਅਭਿਮਾਨ। ਇੱਥੇ ਬ੍ਰਹਮ ਗਿਆਨੀ ਕਹੇ ਨਹੀਂ ਅਭਿਮਾਨ ਨਹੀਂ ਬੋਲਣਾ, ਨਾ ਹੀ ਅਭਿਮਾਨ ਨੰਨੇ ਨੂੰ ਕਰਨਾ ਹੈਗਾ ਤੇ ਕੈ ਉਚਾਰਨ ਕਰਨਾ। ਬ੍ਰਹਮ ਗਿਆਨੀ ਊਚ ਤੇ ਊਚਾ ਊੜੇ ਨੂੰ ਦਲੈਂਕੜ ਲੱਗੀਆਂ ਨੇ। ਮਨ, ਹੁਣ ਇੱਥੇ ਬਹੁਤ ਸਾਰੇ ਗੁਰਮੁਖ ਪੜ੍ਹਦੇ ਨੇ ਮਨ ਆਪਣੇ ਹੈ ਸਭ ਤੇ ਨੀਚਾ। ਮਨ ਆਪਣੇ ਨਹੀਂ ਬੋਲਣਾ, ਆਪਣੈ ਬੋਲਣਾ। ਨੰਨੇ ਨੂੰ ਦੁਲਾਵਾਂ ਲੱਗੀਆਂ ਨੇ। ਮਨ ਆਪਣੈ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਨਾਨਕ ਤੇ ਰੁਕਣਾ ਹੈਗਾ ਮੈਨੇ, ਇਹ ਨਾਨਕ ਜਿਨ ਪ੍ਰਭ ਆਪ ਕਰੇ, ਰੇ ਦੀ ਆਵਾਜ਼ ਲਮਕਾ ਦੇਣੀ ਹੈ। ਤੀਸਰਾ ਪਦਾ, ब्रह्म ज्ञानी सगल की रीना, आत्म रस ब्रह्म ज्ञानी चीना। ब्रह्म ज्ञानी की सब ऊपर मया। ਇਹਨੂੰ ਉੱਪਰ ਨਹੀਂ ਬੋਲਣਾ, ਊਪਰ ਬੋਲਣਾ ਹੈ। ਊੜੇ ਨੂੰ ਦਲੈਂਕਣ ਲੱਗੀਆਂ ਨੇ ਊ, ਤੇ ਇਹਨੂੰ ਮਿਆ ਨਹੀਂ ਕਹਿਣਾ। ਮਿਆ ਬਣ ਜੂਗਾ ਮੰਮੇ ਸਿਆਰੀ ਐੜੇ ਕੰਨਾ, ਪਰ ਇੱਥੇ ਇੱਕ ਮੰਮਾ ਈੜੀ ਸਿਆਰੀ ਮਏ, ਮਇਆ। ब्रह्म ज्ञानी की सब ऊपर मया। ਮਇਆ ਦਾ ਅਰਥ ਹੁੰਦਾ ਹੈ ਮਿਹਰ, ਤੇ ਜੇ ਕਵਾਂਗੇ ਮਾਇਆ, ਮਾਇਆ ਹੁੰਦੀ ਹੈ ਜਿਹੜੀ ਰੱਬ ਤੋਂ ਵਿਛੋੜਦੀ ਹੈ, ਮਇਆ ਸਾਨੂੰ ਰੱਬ ਨਾਲ ਜੋੜਦੀ ਹੈ, ਇੰਨਾ ਫਰਕ ਹੈ। ਤੇ ਇਹਨੂੰ ਮਿਆ ਨਹੀਂ ਬੋਲਣਾ, ਮਇਆ ਬੋਲਣਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਇਆ। ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਭਇਆ। ਇਹਨੂੰ ਭਇਆ ਨਹੀਂ ਬੋਲਣਾ, ਭਇਆ ਏਦਾਂ ਬੋਲਣਾ ਹੈ, ਭਇਆ। ब्रह्म ज्ञानी सदा समदर्शी। ब्रह्म ज्ञानी की दृष्ट अमृत बरसी। ਇਹਨੂੰ ਅੰਮ੍ਰਿਤ ਨਹੀਂ ਬੋਲਣਾ, ਇਹਨੂੰ ਕਹਿਣਾ ਅੰਮ੍ਰਿਤ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਕਿਉਂਕਿ ਇੱਥੇ ਮੰਮੇ ਦੇ ਪੈਰ 'ਚ ਜਿਹੜਾ ਰਾਰਾ ਹੈਗਾ, ਸਿਆਰੀ ਰਾਰੇ ਨੂੰ ਬੋਲੀ ਜਾਏਗੀ। ਅੰਮ੍ਰਿਤ ਏਦਾਂ, ਅੰਮ੍ਰਿਤ। ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता। ब्रह्म ज्ञानी की निर्मल जुगता। ब्रह्म ज्ञानी का भोजन ज्ञान। नानक ब्रह्म ज्ञानी का ब्रह्म ध्यान। नानक ते रुकना है मैंने, हे नानक, नानक ब्रह्म ज्ञानी का ब्रह्म ध्यान। ब्रह्म ज्ञानी एक ऊपर आस। इतने फिर ऊड़े नु दलैंकड़ है ऊपर। ब्रह्म ज्ञानी एक ऊपर आस। ब्रह्म ज्ञानी का नहीं विनाश। ब्रह्म ज्ञानी कै गरीबी समाहा। इतने फिर कै आ गया, इतने के नहीं बोलना, कै। ब्रह्म ज्ञानी कै गरीबी समाहा। ब्रह्म ज्ञानी पर उपकार उमाहा। ब्रह्म ज्ञानी कै ना ही धंधा। नन्ने नूं करना हैगा ना ही, नहीं नहीं ना ही। ब्रह्म ज्ञानी कै ना ही धंधा। ब्रह्म ज्ञानी ले धावत बंदा। ब्रह्म ज्ञानी कै होए सो भला। इत्थे होए सो भला नहीं कहना, सो बनेगा सस्से नूं होला ला के, इत्थे सस्से नूं औंकड़ है सु। ब्रह्म ज्ञानी कै होए सु भला। सु मैंने छोटी ऊ की मात्रा सु। ब्रह्म ज्ञानी कै होए सु भला। ब्रह्म ज्ञानी सुफल फला। ब्रह्म ज्ञानी संग सगल उधार। नानक ब्रह्म ज्ञानी जपै सगल संसार। इत्थे जपे नहीं बोलना, जपै बोलना है। पप्पे नूं दलावां लगियां होईयां ने, ते नानक ते रुकना ही रुकना इत्थे। हे नानक संबोधन हैगा, नानक ब्रह्म ज्ञानी जपै सगल संसार। ब्रह्म ज्ञानी कै एकै रंग। इत्थे फिर कै बोलना है, के नहीं बोलना। कक्के नूं दलावां हैगियां ने, कै एकै रंग, एके नहीं एकै। इत्थे फिर कक्के नूं दलावां ने। ਦਲਾਵਾਂ ਦਾ ਬਹੁਤ ਖਾਸ ਖਿਆਲ ਰੱਖਣਾ ਹੈ। ਲਾਮ ਉਚਾਰਨ ਦੇ ਨਾਲ ਅਰਥਾਂ 'ਚ ਬਹੁਤ ਫਰਕ ਪੈ ਜਾਂਦਾ ਹੈ। ਦਲਾਵਾਂ ਉਚਾਰਨ ਨਾਲ ਸਹੀ ਅਰਥ ਹੋਣਗੇ। ਬ੍ਰਹਮ ਗਿਆਨੀ ਕਹਿ ਏਕੈ ਰੰਗ। ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਇੱਥੇ ਫਿਰ ਕਹਿ ਤੇ ਬਸੈ ਸੱਸੇ ਨੂੰ ਦਲਾਵਾਂ ਹੈਗੀਆਂ ਨੇ। ਬ੍ਰਹਮ ਗਿਆਨੀ ਕਹਿ ਨਾਮ ਆਧਾਰ। ਐੜੇ ਨੂੰ ਵੀ ਕੰਨਾ ਲੱਗਿਆ ਹੋਇਆ ਹੈ। ਇਹਨੂੰ ਆਧਾਰ ਨਹੀਂ ਬੋਲਣਾ, ਇਹਨੂੰ ਕਹਿਣਾ ਆਧਾਰ। ब्रह्म ज्ञानी के नाम आधार। ब्रह्म ज्ञानी के नाम परवार। ब्रह्म ज्ञानी सदा सद जागत। ब्रह्म ज्ञानी अहम बुद्ध त्यागत। अहम बुद्ध
ਇਹਨੂੰ ਅਹੰ ਬੁੱਧ ਬੋਲਣਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਨਾਨਕ ਤੇ ਰੁਕਣਾ ਹੈਗਾ, ਸੁਬੋਧਨ ਹੈ ਹੀ ਨਾਨਕ। ਛੇਵਾਂ ਪਦਾ ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कै होए अचिंत। इत्थे कै बोलना है ते होए इचिंत नहीं बोलना, ईड़ी नहीं लानी, ऐड़ा लाना है अचिंत। ब्रह्म ज्ञानी कै होए अचिंत। आम तौर ते होए ईड़ी आंदी ना, इदां ही ए चिंत बोलिया जांदा है। होए तो बाद बोलना है, फिर मतलब होए ए चिंत नहीं, होए अचिंत। ब्रह्म ज्ञानी कै होए अचिंत ब्रह्म ज्ञानी का निर्मल मंत। ब्रह्म ज्ञानी जिस करै प्रभ आप, करे नहीं करै, रारे नूं दुलावां लगियां ने। ब्रह्म ज्ञानी का बड़ प्रताप ब्रह्म ज्ञानी का दर्स वडभागी पाइयै। वडभागी मैंने वड्डियां भागां नाल, ਇਹਨੂੰ ਵਾਵੇ ਨਾਲ ਵਡਭਾਗੀ ਨਹੀਂ ਬੋਲਣਾ, ਵਡਭਾਗੀ ਗੱਗੇ ਦੇ ਵੀ ਨਾਸਕੀ ਉਚਾਰਨ ਹੋਏਗਾ, ਵੱਡਿਆਂ ਭਾਗਾਂ ਨਾਲ। ब्रह्म ज्ञानी का दर्श, दर्श मैंने दर्शन, दर्श ब्रह्म ज्ञानी का दर्श वडभागी पाइयै। इत्थे पाइयै नहीं बोलना, पाइयै बोलना, ऐड़े नूं दलावां ने। ब्रह्म ज्ञानी को बल बल जाइयै, इत्थे फिर ऐड़े नूं दलावां लगियां ने। ब्रह्म ज्ञानी को खोजै महेश्वर, इत्थे खोजे नहीं बोलना, खोजै है जज्जा हाहे सियारी, खोजै है नासकी उचारण होएगा बिंदी नाल। महेश्वर सस्से नूं औंकड़ लगी है, ये महेश तो बनया महेश्वर भाव महा ईश्वर, भाव शिव नूं किया जाता है। ब्रह्म ज्ञानी को खोजै महेश्वर, नानक ब्रह्म ज्ञानी आप परमेश्वर। इत्थे फिर सस्से दे पैर च औंकड़ लगी है, परमेश्वर नहीं बोलना, परमेश्वर। ते नानक ते रुकना है, हे नानक, नानक ब्रह्म ज्ञानी आप परमेश्वर, भाव परम ईश्वर जिहड़ा है वो ब्रह्म ज्ञानी आप है। इस तो अगे सतवां पदा ब्रह्म ज्ञानी की कीमत नाहे ब्रह्म ज्ञानी कै सगल मन माहे। फिर इत्थे कै आ गया, के नहीं कै, इहदा खास ध्यान रखना है। इस अष्टपदी च बहुत थावां ते कै लफ्ज आया है ते कै ही बोलना है, के नहीं बोलना। जिथे कक्के नूं दुलावां आईयां ने उत्थे इहदा उच्चारण कै होएगा। बार बार इनू ਅਸੀਂ ਤੁਰਦੇ ਫਿਰਦੇ ਅਭਿਆਸ ਕਰੀ ਜਾਈਏ ਨਾ, ਕੈ ਕੈ ਕੈ, ਤੇ ਸਾਨੂੰ ਉਹ ਸਾਡੀ ਚਲੰਤ ਬਣ ਜਾਏਗਾ, ਭਾਵ ਸਾਡੀ ਸੁਭਾਅ 'ਚ ਸ਼ਾਮਲ ਹੋ ਜਾਏਗਾ, ਸਾਡੀ ਆਦਤ ਬਣ ਜਾਏਗਾ। ब्रह्म ज्ञानी कै सगल मन माहे ब्रह्म ज्ञानी का कौन जानै भेद। इत्थे जाने नहीं, जानै, फिर दलावां आ गईयां। ਅਸੀਂ ਇੱਕ ਇੱਕ ਅੱਖਰ ਦੇਖ ਦੇਖ ਕੇ ਆਰਾਮ ਨਾਲ ਪੜਾਂਗੇ ਤੇ ਆਪਣੇ ਆਪ ਹੀ ਸ਼ੁੱਧ ਉਚਾਰਨ ਹੋ ਜਾਏਗਾ, ਤੇ ਜਦੋਂ ਉਚਾਰਨ ਸ਼ੁੱਧ ਹੋਏਗਾ ਉਦੋਂ ਅਰਥ ਵੀ ਸਪਸ਼ਟ ਹੋ ਜਾਣਗੇ। ब्रह्म ज्ञानी का कौन जाने भेद ब्रह्म ज्ञानी को सदा आदेश। ब्रह्म ज्ञानी का कथया न जाए अध्याख्यर, अदाख्यर। ਇੱਥੇ ਬਹੁਤ ਸਾਰੇ ਲੋਕ ਜਿਵੇਂ ਪਿੱਛੇ ਚੱਲ ਆਉਂਦਾ ਨਾ, ਅਧਿਆਖਰ ਉਹਦਾ ਪੜ੍ਹ ਲੈਂਦੇ ਨੇ, ਅਦਾਖਰ ਪੜ੍ਹਨਾ ਹੈ। ਅਧਾ ਤੱਦੇ ਨੂੰ ਕਰਨਾ ਹੈਗਾ, ਤੇ ਖੱਖੇ ਦੇ ਪੈਰ 'ਚ ਯਈਆ। ਜਦੋਂ ਖੱਖੇ ਦੇ ਪੈਰ 'ਚ ਯਈਆ ਉਚਾਰਨ ਕਰਨਾ ਹੋਵੇ, ਕਿਸੇ ਵੀ ਪੈਰ 'ਚ ਅੱਧਾ ਯਈਆ ਉਚਾਰਨ ਕਰਨਾ ਹੋਵੇ, ਉਸ ਅੱਖਰ ਨੂੰ ਸਿਹਾਰੀ ਲਗਾ ਕੇ ਉਹਦੇ ਤੋਂ ਅੱਗੇ ਐੜਾ ਲਗਾ ਦਿੱਤਾ ਜਾਂਦਾ ਹੈ। ਅਸੀਂ ਪਹਿਲੀ ਅਸ਼ਟਪਦੀ 'ਚ ਕਰਕੇ ਗਏ ਹਾਂ ਵਿਚਾਰ। ਇੱਥੇ ਹੁਣ ਖੱਖੇ ਦੇ ਪੈਰ 'ਚ ਅੱਧਾ ਯਈਆ, ਕੀ ਕਰਾਂਗੇ? खखे सिहारी ते ऐड़ा लग जाएगा। ख को छोटी की मात्रा और उसके आगे अध्याख्यर, अधाख्यर, अधाख्यर, धा ऐड़ा आ गया, धद्दे नूं कन्ना आ गया धा। खखे नूं लग गई सिहारी ते ऐड़ा, इदां ही ये दी आवाज देगा, खे अदाख्यर। ब्रह्म ज्ञानी का कथया ना जाए अदाख्यर,
ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਇੱਥੇ ਕੱਕੇ ਨੂੰ ਔਂਕੜ ਹੈਗੀ ਹੈ, ਠਾਕੁਰ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ, ਬਖਾਨੇ ਨਹੀਂ ਬਖਾਨੇ, ਨੰਨੇ ਨੂੰ ਦਲਾਵਾਂ ਗਈਆਂ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ, ਨੰਨੇ ਨੂੰ ਫਿਰ ਦਲਾਵਾਂ ਗਈਆਂ। ਇੱਥੇ ਜਾਣੈ ਪਾਠ ਹੋਏਗਾ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਨਾਨਕ ਤੇ ਰੁਕਣਾ ਮੈਨੇ, ਹੀ ਨਾਨਕ ब्रह्म ज्ञानी को सदा नमस्कार। 8वां पदा, ब्रह्म ज्ञानी सब सृष्ट का करता, इन सृष्ट नहीं कहना, सृष्ट कहना। दूजा ससा श का उच्चारण देगा, इस सृष्टि तो लफ्ज बने हैं। ब्रह्म ज्ञानी सब सृष्ट का करता, ब्रह्म ज्ञानी सद जीवै नहीं मरता। जीवै ते रुकना ही रुकना मैं, ਤੇ ਜੀਵੇ ਪਾਠ ਨਹੀਂ ਕਰਨਾ, ਜੀਵੈ ਪਾਠ ਕਰਨਾ। ਵਾਵੇ ਨੂੰ ਦਲਾਵਾਂ ਲੱਗ ਗਈਆਂ, ਜੀਵੈ। ਤੇ ਇੱਥੇ ਹਲਕਾ ਜਿਹਾ ਪੌਜ਼ ਦੇਣਾ, ਰੁਕਣਾ ਹੈਗਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਜੀ ਨੂੰ ਲਮਕਾਣਾ ਹੈਗਾ, ਇਹਨੂੰ ਜੀਆ ਨਹੀਂ ਪੜਨਾ। ਅੱਗੇ ਐੜਾ ਆਵਾਜ਼ ਲਮਕਾਉਣ ਵਾਸਤੇ ਬਣਿਆ ਹੋਇਆ। ਜਿਵੇਂ ਅਸੀਂ ਸੋਹਲਾ ਸਾਹਿਬ ਚ ਪੜ੍ਹਦੇ ਹਾਂ, 6 ਘਰ 6 ਗੁਰ, ਹੁਣ ਅਸੀਂ ਉੱਥੇ 6 ਨਹੀਂ ਪੜ੍ਹਦੇ। ਐੜਾ ਆਵਾਜ਼ ਲਮਕਾਉਣ ਵਾਸਤੇ 6 ਦੀ 6, ਇੱਦਾਂ ਹੀ ਇੱਥੇ ਐੜਾ ਜੀ ਦੀ ਆਵਾਜ਼ ਲਮਕਾਉਣ ਵਾਸਤੇ ਹੈ, ਜੀ ਥੋੜਾ ਲਮਕਾ ਕੇ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ। ਇਹਨੂੰ ऊपर पढ़ना, ऊपर नहीं ऊपर, ਊੜੇ ਨੂੰ ਦੁਲੈਂਕੜ ਹੈਗੀਆਂ ਨੇ। ब्रह्म ज्ञानी का सब ऊपर हाथ, ब्रह्म ज्ञानी का सगल आकार। ਇੱਥੇ आकार नहीं पढ़ना, ਇੱਥੇ आकार पढ़ना, ਐੜੇ ਨੂੰ ਕੰਨਾ नहीं है। ब्रह्म ज्ञानी का सगल आकार, ब्रह्म ज्ञानी आप निरंकार। ਇਹਨੂੰ ਨਿਰੰਕਾਰ ਨਹੀਂ ਬੋਲਣਾ, ਨਿਰੰਕਾਰ ਬੋਲਣਾ। ਨੰਨੇ ਨੂੰ ਸਿਆਰੀ ਲੱਗੀ ਹੋਈ ਹੈ। ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी। ਇੱਥੇ ਸ਼ੋਭਾ ਉਚਾਰਨ ਹੋਏਗਾ। ਨਾਨਕ ब्रह्म ज्ञानी ਸਰਬ ਕਾ ਤਨੀ, ਨਾਨਕ ਤੇ ਰੁਕਣਾ ਮੈਨੇ, ਹੀ ਨਾਨਕ, ਨਾਨਕ ब्रह्म ज्ञानी ਸਰਬ ਕਾ ਤਨੀ। ਇਹ ਸੀ 8ਵਾਂ ਸ਼ਬਦ ਸੁਖਮਨੀ ਸਾਹਿਬ ਦਾ। ਜਦੋਂ ਵੀ ਕੋਈ ਵੀ ਬਾਣੀ ਪੜ੍ਹਨੀ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਨਾ ਹੋਵੇ, ਇੱਕ ਇੱਕ ਸ਼ਬਦ ਤੇ ਰੁਕ ਰੁਕ ਕੇ ਉਹਨੂੰ ਪੜਾਂਗੇ, ਫਿਰ ਉਚਾਰਨ ਸ਼ੁੱਧ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।